Hello everyone, welcome back to my channel. I hope you are doing well. So today we are going to discuss about what are plant growth regulators. ठीक है, so basically ਜਿਹੜਾ ਇਹ टॉपिक है ਇਹ टॉपिक ਹੁੰਦਾ है plant tissue culture ਦਾ टॉपिक है। ਇਹ ਆਪਾਂ ਇਸ plant growth regulators ਬਾਰੇ ਆਪਾਂ ਤਾਂ ਪੜ੍ਹਦੇ ਹਾਂ ਵੀ ਜਦੋਂ ਆਪਾਂ ਲੈਬ ਦੇ ਵਿੱਚ ਕੋਈ ਵੀ ਪਲਾਂਟ ਨੂੰ ਆਪਾਂ ਗਰੋ ਕਰਾਉਂਦੇ ਹਾਂ ਤਾਂ ਆਪਾਂ ਨੂੰ ਉਸਦੇ ਵਿੱਚ ਕਿਹੜੇ ਟਾਈਪ ਦੇ ਆਪਾਂ ਨੂੰ ਗਰੋਥ ਹਾਰਮੋਨਸ ਦੀ ਲੋੜ ਹੁੰਦੀ ਆ। ਕਲੀਅਰ। ਸੋ ਆਪਣੇ ਕੋਲ ਹੁਣ ਆਪਾਂ ਪਹਿਲਾਂ ਪੜ੍ਹਦੇ ਹਾਂ ਵੀ ਪਲਾਂਟ ਗਰੋਥ ਰੈਗੂਲੇਟਰਸ ਹੁੰਦੇ ਕੀ ਨੇ। ਸੋ ਬੇਸਿਕਲੀ ਇਹ ਕੀ ਹੁੰਦੇ ਨੇ, ਇਹ ਇੱਕ ਸਿੰਥੈਟਿਕ ਐਂਡ ਨੈਚੁਰਲ ਕੰਪਾਊਂਡਸ ਨੇ ਜੋ ਕਿ ਕਿਹਨੂੰ ਅਫੈਕਟ ਕਰਨਗੇ, ਪਲਾਂਟ ਦੀ ਡਿਵੈਲਪਮੈਂਟਲ ਅਤੇ ਉਸਦੇ ਮੈਟਾਬੋਲਿਕ ਪ੍ਰੋਸੈਸਿਸ ਨੂੰ। ਇਹ ਕਿਸਦੇ ਵਿੱਚ ਹੁੰਦੇ ਆ ਹਮੇਸ਼ਾ ਇਨ ਵਿਟਰੋ ਕੀ ਹੁੰਦਾ ਵੀ ਜਿਹਨੂੰ ਆਪਾਂ ਕਹਿੰਦੇ ਹਾਂ ਲੈਬ ਦੇ ਵਿੱਚ ਗਰੋ ਕਰਵਾਉਂਦੇ ਹਾਂ। ਠੀਕ ਹੈ। ਸੋ ਅਗਲਾ ਹੈਗਾ the term phytohormone is commonly used for compound naturally produced by plants। मतलब फाइटोहॉर्मोन्स ਆਪਾਂ ਉਹਨਾਂ ਨੂੰ ਕਹਾਂਗੇ ਜੋ ਪਲਾਂਟਸ ਦੇ ਦੁਆਰਾ ਕੰਪਾਊਂਡਸ ਪ੍ਰੋਡਿਊਸ ਕੀਤੇ ਜਾਂਦੇ ਆ। ਇੰਸਟੈਡ ਸਿੰਥੈਟਿਕ ਹਾਰਮੋਨਸ ਲਾਈਕ ਕੰਪਾਊਂਡਸ ਆਰ ਨਾਟ ਕੰਸੀਡਰ ਫਾਈਟੋਹੋਰਮੋਨ। ਇਹਨਾਂ ਨੇ ਕਿਹਾ ਵੀ ਜਿਹੜੇ ਸਿੰਥੈਟਿਕ ਹਾਰਮੋਨਸ ਨੇ ਉਹਨਾਂ ਨੂੰ ਆਪਾਂ ਕਦੇ ਵੀ ਫਾਈਟੋਹੋਰਮੋਨਸ ਨਹੀਂ ਕਹਾਂਗੇ। ਠੀਕ ਹੈ। ਇਹ ਵੀ ਚੀਜ਼ ਹੈ ਵੀ ਹੁਣ ਲਾਈਕ ਆਪਣੇ ਦੇਖੋ ਕਈ ਹੁੰਦੇ ਨੇ ਵੀ ਆਪਾਂ ਵਿਟਾਮਿਨ ਡੀ ਹੁਣ ਆਪਾਂ ਨੈਚੁਰਲੀ ਲੈ ਸਕਦੇ ਹਾਂ ਹੈ ਨਾ, ਬਟ ਆਪਾਂ ਫਿਰ ਵੀ ਸਿੰਥੈਟਿਕ ਲੈਂਦੇ ਹਾਂ ਹੈ ਨਾ। ਲਾਈਕ ਜਿਵੇਂ ਵਿਟਾਮਿਨ ਡੀ ਦੀ ਉਹ ਆ ਗਈਆਂ ਟੈਬਲੇਟਸ ਆ ਗਈਆਂ, ਉਹਦੇ ਸ਼ਾਰਟਸ ਆ ਗਏ। ਲਾਈਕ ਇਨ ਸਮ ਕੇਸਿਸ ਵਿੱਚ ਇਹ ਵੀ ਦੇਖਦੇ ਵੀ ਕਈਆਂ ਨੂੰ ਇਜੈਸਟਰੋਨ ਦੀ ਟੈਬਲੇਟਸ ਦਿੱਤੀਆਂ ਜਾਂ ਜਿਨ੍ਹਾਂ ਦੇ ਵਿੱਚੋਂ ਕੰਪਲੀਟ ਨਹੀਂ ਹੁੰਦਾ ਹੈ ਨਾ, ਉਹਨਾਂ ਨੂੰ ਸਿੰਥੈਟਿਕਲੀ ਦੇ ਦਿੱਤਾ ਜਾਂਦਾ ਕਿਤੇ ਉਹ ਬੋਡੀ ਆਪਣੀ ਖੁਦ ਪ੍ਰੋਡਿਊਸ ਕਰਦੀ ਆ। ਹੁਣ ਇਹਨਾਂ ਨੇ ਕਿਹਾ ਵੀ ਇੱਕ ਟਰਮ ਆਉਂਦੀ ਹੈ, ਬਹੁਤ ਸਾਰੇ ਰਿਸਰਚ ਪੇਪਰਸ ਤੁਸੀਂ ਦੇਖਿਆ ਉਹਨਾਂ ਵਿੱਚ ਜਿਹੜੇ ਰਿਸਰਚਰਸ ਨੇ ਹੈ ਨਾ ਉਹ ਕੀ ਯੂਜ਼ ਕਰਦੇ ਨੇ, ਉਹ ਯੂਜ਼ ਕਰਦੇ ਨੇ ਇੱਕ ਟਰਮ ਜਿਹਨੂੰ ਆਪਾਂ ਕਹਿੰਦੇ ਹਾਂ PGR ਮੀਨਸ PGR ਇਸਦੀ ਫੁੱਲ ਫਾਰਮ ਕੀ ਆ, ਪਲਾਂਟ ਗਰੋਥ ਰੈਗੂਲੇਟਰਸ। ਹੁਣ ਇਹਨਾਂ ਨੇ ਕਿਹਾ ਵੀ ਬਹੁਤ ਸਾਰੇ ਜਿਹੜੇ ਰਿਸਰਚਰਸ ਨੇ ਉਹ ਫਾਈਟੋਹੋਰਮੋਨ ਦੀ ਜਗ੍ਹਾ PGR ਨੂੰ ਯੂਜ਼ ਕਰਦੇ ਨੇ। ਮਤਲਬ ਉਹ ਫਾਈਟੋਹੋਰਮੋਨਸ ਨਹੀਂ ਕਹਿੰਦੇ, ਉਹ PGR ਕਹਿੰਦੇ ਨੇ ਵੀ PGR ਨੂੰ ਆਪਾਂ ਯੂਜ਼ ਕਰ ਰਹੇ ਹਾਂ ਹੈ ਨਾ। ਹੁਣ ਇਹਨਾਂ ਨੇ ਕਿਹਾ ਨੈਕਸਟ ਕੁਐਸਚਨ ਆਉਂਦਾ ਆਪਣੇ ਕੋਲ ਵੀ ਆਪਾਂ ਪਲਾਂਟ ਗਰੋਥ ਰੈਗੂਲੇਟਰਸ ਕਿਉਂ ਜ਼ਰੂਰੀ ਨੇ ਕਿਉਂਕਿ ਇਹ ਆਪਾਂ ਮੋਡੀਫਾਈ ਕਰ ਸਕਦੇ ਹਾਂ, ਰੈਗੂਲੇਟ ਕਰ ਸਕਦੇ ਹਾਂ ਪਲਾਂਟ ਗਰੋਥ ਨੂੰ। ਲਾਈਕ ਉਸਦੇ ਨਾ ਕੁਛ ਐਸਪੈਕਟਸ ਨੂੰ ਆਪਾਂ ਅਲਟਰ ਕਰ ਸਕਦੇ ਹਾਂ, ਜਿਵੇਂ ਫਰੂਟ ਰਾਈਪਨਿੰਗ ਹੋ ਗਈ, ਪਲਾਂਟ ਡਿਵੈਲਪਮੈਂਟ ਹੋ ਗਈ ਐਕਸੈਕਟਰਾ। ਠੀਕ ਹੈ। ਇਹ ਬਾਇਓਟੈਕਨੋਲੋਜੀ 'ਚ ਵੀ ਯੂਜ਼ ਹੁੰਦੀ ਹੈ ਅਤੇ ਇਹ ਨੇਚਰ 'ਚ ਵੀ ਯੂਜ਼ ਹੁੰਦੀ ਹੈ। ਨੇਚਰ ਦੇ ਵਿੱਚ ਐਵੇਂ ਆ ਵੀ ਹੈ ਨਾ ਆਪਾਂ ਪਲਾਂਟ ਗਰੋਥ ਹਾਰਮੋਨ ਨੂੰ ਯੂਜ਼ ਕਰਕੇ ਆਪਾਂ ਪਲਾਂਟ ਨੂੰ ਸਰਵਾਈਵ ਕਰਵਾ ਸਕਦੇ ਹਾਂ ਇਨਵਾਇਰਮੈਂਟ ਦੇ ਵਿੱਚ। ਮਤਲਬ ਵੀ ਉਸਦੇ ਨਾ ਕੁਛ ਚੇਂਜਿਸ ਕਰਵਾ ਕੇ ਵੀ ਉਹ ਹਾਰਸ਼ ਕੰਡੀਸ਼ਨ ਦੇ ਵਿੱਚ ਵੀ ਸਰਵਾਈਵ ਕਰ ਜਾਣਗੇ ਪਲਾਂਟਸ। ਔਨ ਦਾ ਅਦਰ ਹੈਂਡ ਆਪਾਂ ਬਾਇਓਟੈਕਨੋਲੋਜੀ ਦੇ ਵਿੱਚ ਆਪਾਂ ਮਤਲਬ ਫਰੂਟ ਦੀ ਜਿਹੜੀ ਕੁਆਲਿਟੀ ਆ ਉਹਨੂੰ ਇੰਪਰੂਵ ਕਰਦੇ ਹਾਂ, ਪਲਾਂਟ ਨੂੰ ਆਪਾਂ ਡਿਸੀਜ਼ ਫਰੀ ਵੀ ਬਣਾ ਸਕਦੇ ਹਾਂ ਬਾਇਓਟੈਕਨੋਲੋਜੀ ਨੂੰ ਯੂਜ਼ ਕਰਕੇ। ਠੀਕ ਹੈ। ਹੁਣ ਆ ਗਿਆ ਵੀ ਪਲਾਂਟ ਗਰੋਥ ਹਾਰਮੋਨ ਕਰਦੇ ਕੀ ਨੇ ਹੈ ਨਾ। ਪਲਾਂਟ ਗਰੋਥ ਕਰਦੇ ਕੀ ਨੇ ਵੀ ਇਹ ਮਤਲਬ ਵੀ ਉਸਦੀ ਨਾ ਇਲੈਂਗੁਏਸ਼ਨ ਨੂੰ ਇਫੈਕਟ ਕਰਦੇ ਨੇ ਅਤੇ ਬਹੁਤ ਸਾਰੇ ਐਸਪੈਕਟਸ ਨੇ ਉਹਨਾਂ ਨੂੰ ਇਹ ਇਫੈਕਟ ਕਰਦੇ ਆ। ਹੁਣ ਆਪਣੇ ਕੋਲ ਕਿਹੜੇ ਉਹ ਹੈਗੇ ਨੇ, ਇੱਕ ਤਾਂ ਹੈ ਕਿ ਆਪਣੇ ਕੋਲ ਆਕਸੀਨ, ਸਾਈਟੋਸਿਨ, ਜਿਬਰੇਲਿਨ, ਐਬਸੈਸਿਕ ਐਸਿਡ ਅਤੇ ਇਥਲੀਨ। ਠੀਕ ਹੈ। ਇਹ ਕਲੀਅਰ ਨੇ। ਹੁਣ ਇਹਨਾਂ ਨੇ ਕਿਹਾ ਵੀ ਜਿਹੜਾ ਆਕਸੀਨ ਅਤੇ ਸਾਈਟੋਸਿਨ ਹੈ ਨਾ ਇਹ ਇਹਨਾਂ ਦੀ ਰੇਸ਼ੋ ਹੁੰਦੀ ਹੈ ਵੀ ਜੇ ਤੁਸੀਂ ਰੂਟ ਚਾਹੀਦੇ ਆ, ਠੀਕ ਹੈ, ਦੈਨ ਤੁਹਾਨੂੰ ਰੂਟ ਵਾਸਤੇ ਕਿਹੜਾ ਉਹ ਚਾਹੀਦਾ ਹਾਰਮੋਨ ਉਹਦੀ ਰੇਸ਼ੋ ਵਧਾ ਦਿਓ। ਜੇ ਤੁਹਾਨੂੰ ਸ਼ੂਟ ਚਾਹੀਦਾ ਤਾਂ ਆਪਾਂ ਸ਼ੂਟ ਦੀ ਰੇਸ਼ੋ ਵਧਾ ਦਾਂਗੇ। ਠੀਕ ਹੈ। ਸੇਮ ਹੀ ਵੀ ਜਿਹੜੇ ਨੈਚੁਰਲ PGR ਨੇ ਉਹ ਐਂਡੋਜੀਨਸਲੀ ਪ੍ਰੋਡਿਊਸ ਹੁੰਦੇ ਨੇ ਪਲਾਂਟਸ ਦੇ ਅੰਦਰ ਅਤੇ ਇਹ ਦੇ ਇੰਟਰਪਲੇ ਵਿਦ ਐਡਿਡ ਪਲਾਂਟ ਗਰੋਥ ਰੈਗੂਲੇਟਰਸ ਟੂ ਸਿਮੂਲੇਟ ਇਨ ਵਿਟਰੋ ਡਿਵੈਲਪਮੈਂਟ। ਕਲੀਅਰ, ਇਹ ਸਮਝ ਆ ਗਿਆ। ਹੁਣ ਆ ਗਿਆ ਵੀ what do plant regulators do in
प्लांट्स मतलब भी प्लांट्स दे विच की करनगे देखो। Let's break down each hormone in vivo in nature typically then overlapping function। हुण आपां हर एक प्लांट ग्रोथ रेगुलेटर दे ਉਹਦੇ ਬਾਰੇ ਪੜਾਂਗੇ ਵੀ ਹਰ ਇੱਕ ਉਹ ਕੀ ਕਰਦਾ ਹੈ। ਠੀਕ ਹੈ, ਪਹਿਲਾ ਆ ਗਿਆ ਆਪਣੇ ਕੋਲੇ ਆਕਸੀਨ ਦੇ ਵਿੱਚ ਦੇਖੋ ਵੀ ਇਹ ਇਨਫਲੂਐਂਸ ਦਾ ਸੈੱਲ ਗਰੋਥ ਐਕਸਪੈਂਸ਼ਨ ਐਂਡ ਇਲੋਂਗੇਸ਼ਨ, ਮਤਲਬ ਇਹ ਇਨਫਲੂਐਂਸ ਕਰੂਗਾ ਸੈੱਲ ਦੀ ਗਰੋਥ ਨੂੰ। ਠੀਕ ਹੈ, ਅਤੇ ਉਹਦੀ ਇਲੋਂਗੇਸ਼ਨ ਦੇ ਵਿੱਚ ਹੈਲਪ ਕਰੇਗਾ। ਠੀਕ ਹੈ, ਇਸ ਨਾਲ ਕੀ ਹੋਗਾ, ਆਕਸੀਨ ਕੀ ਪ੍ਰੋਡਿਊਸ ਕਰੂਗਾ, रूट फॉर्मेशन, मतलब इस नाल आपां रूट की फॉर्मेशन कर सकते हैं। ठीक है, तो इस नाल आपां वस्कुलर डिफरेशन भी कर सकते हैं। आपां इस दे विच ट्रॉपिक रिस्पॉन्सेस नू प्रमोट करांगे। दैन आपां ना इहदे विच जिहड़ी एपिकल डोमीनेंस हुंदी आ उहनूं आपां मेनटेन करके रखांगे। हुण देखो इन्होंने कहा भी द मेन एंड सेंट्रल स्टैम ऑफ द प्लांट इज़ डोमीनेंट ओवर अदर साइड स्टैम्स, मतलब जिहड़ा मेन प्लांट की स्टैम हुंदी है ना ਉਹ ਡੋਮੀਨੇਟ ਕਰਦੀ ਆ ਬਾਕੀ ਹੋਰ ਸਟੈਮਸ ਨੂੰ। ਠੀਕ ਹੈ, ਦੈਨ ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਇੰਡਿਊਸ ਦਾ ਡਿਵੈਲਪਮੈਂਟ ਆਕਸੀਲਰੀ ਬਰਡਸ ਫਲਾਵਰਸ ਐਂਡ, ਮਤਲਬ ਵੀ ਇਹ ਆਕਸੀਲਰੀ ਬਰਡਸ ਜਿਹੜੇ ਹੋਣਗੇ, ਫਲਾਵਰਸ ਹੋਣਗੇ, ਫਰੂਟਸ ਕਰਨਗੇ, ਉਹਨਾਂ ਦੀ ਡਿਵੈਲਪਮੈਂਟ ਨੂੰ ਇੰਡਿਊਸ ਕਰ ਦੇਗਾ। ਹੁਣ ਆ ਗਿਆ ਆਪਣੇ ਕੋਲੇ ਦੂਜਾ ਸਾਈਟੋਕਾਈਨਸ ਕਹਿ ਦਿੰਦੇ, ਉਹ ਸਾਈਟੋਸਿਨਸ ਵੀ ਕਹਿ ਦਿੰਦੇ। ਸਾਈਟੋਕਾਈਨਸ ਹੁੰਦਾ ਵੀ ਇਹ ਮਾਈਟੋਸਿਸ ਨੂੰ ਇਫੈਕਟ ਕਰੇਗਾ, ਸਾਈਟੋਨਾਈਨਸ ਨੂੰ ਇਫੈਕਟ ਕਰੇਗਾ। ਠੀਕ ਹੈ, ਦੈਨ ਉਸ ਤੋਂ ਬਾਅਦ ਇਹ ਜਿਹੜੀ ਲੇਟਰਲ ਬਡ ਗਰੋਥ ਹੁੰਦੀ ਹੈ ਅਤੇ ਲੀਵ ਐਕਸਪੈਂਸ਼ਨ ਹੁੰਦੀ ਆ ਉਹਨੂੰ ਪ੍ਰਮੋਟ ਕਰਨਗੇ। ਡਿਲੇ ਲੀਫ ਐਂਡ ਸੈਂਸਸ, ਮਤਲਬ ਵੀ ਜਦੋਂ ਪਲਾਂਟ ਸਾਈਕਲ ਦੇ ਵਿੱਚ ਜਦੋਂ ਲੀਵਸ ਦੀ ਨਾ ਡੈਥ ਕੰਡੀਸ਼ਨ 'ਤੇ ਆਉਣਾ ਦੇ ਉਹਨੂੰ ਇਹ ਡਿਲੇ ਕਰ ਦਿੰਦੇ ਹੁੰਦੇ ਨੇ ਹਾਰਮੋਨਸ। ਦੈਨ ਥਰਡ ਆ ਗਿਆ ਆਪਣੇ ਕੋਲ ਜਿਬਰਲਿਨ, ਇਹ ਸਟੈਮ ਇਲੋਂਗੇਸ਼ਨ ਪ੍ਰਮੋਟ ਕਰਨ ਦੇ ਵਿੱਚ ਹੈਲਪ ਕਰੇਗਾ, ਫਲਾਵਰਿੰਗ ਨੂੰ ਇੰਡਿਊਸ ਕਰ ਦੇਗਾ। ਠੀਕ ਹੈ, ਉਸ ਤੋਂ ਬਾਅਦ ਇਹ ਸੀਡ ਜਰਮੀਨੇਸ਼ਨ ਦੇ ਵਿੱਚ ਹੈਲਪ ਕਰੇਗਾ। ਥਰਡ ਆ ਗਿਆ ਆਪਣੇ ਕੋਲ ਐਬਸੈਸਿਕ ਐਸਿਡ, ਜਿਹਨੂੰ ਆਪਾਂ ਕਹਿੰਦੇ ABA, ਮਤਲਬ ਐਬਸੈਸਿਕ ਐਸਿਡ। ਇਹਦਾ ਮੇਨ ਕੰਮ ਕੀ ਹੈ, ਫੰਕਸ਼ਨਸ ਦੇਖੋ, ਰੈਗੂਲੇਟ ਕਰੇਗਾ ਸੀਡ ਜਰਮੀਨੇਸ਼ਨ ਨੂੰ, ਹੈ ਨਾ, ਪ੍ਰੋਟੀਨ ਸਿੰਥਸਿਸ ਦੀ ਸਟੋਰੇਜ ਨੂੰ ਇੰਡਿਊਸ ਕਰੇਗਾ, ਵਾਟਰ ਸਟ੍ਰੈਸ ਨੂੰ ਮੋਡੂਲੇਟਿੰਗ ਕਰੂਗਾ। ਫਿਰ ਉਸ ਤੋਂ ਬਾਅਦ ਇਹ ਬਰਡ ਅਤੇ ਸੀਡ ਡੋਮੀਨੈਂਸੀ ਨੂੰ ਮੇਨਟੇਨ ਕਰੇਗਾ, ਸੈੱਲ ਇਲੋਂਗੇਸ਼ਨ, ਜਿੱਥੇ ਜ਼ਿਆਦਾ ਸੈੱਲਸ ਦੀ ਇਲੋਂਗੇਸ਼ਨ ਉਹਨੂੰ ਸਲੋ ਕਰ ਦੂਗਾ। ਦੈਨ ਉਸ ਤੋਂ ਬਾਅਦ ਇਹ ਸੀਡ, ਇਹਦਾ ਮੇਨ ਰੋਲ ਵੀ ਨਾ ਸੀਡ ਮੈਚੂਰੇਸ਼ਨ ਦੇ ਵਿੱਚ ਵੀ ਹੁੰਦਾ, ਮਤਲਬ ਜਦੋਂ ਸੀਡ ਮੈਚਿਓਰ ਵਾਲੀ ਕੰਡੀਸ਼ਨ ਦੇ ਵਿੱਚ ਆਉਂਦਾ ਉਹਦੇ ਵਿੱਚ ਵੀ ਐਬਸੈਸਿਕ ਐਸਿਡ ਜਿਹੜਾ ਹੈਗਾ ਉਹ ਰੋਲ ਪਲੇ ਕਰਦਾ। ਦੈਨ ਇਥਲੀਨ ਆ ਗਿਆ, ਮਤਲਬ ਇਹ ਰੂਟ ਔਰ ਸ਼ੂਟ ਦੀ ਡਿਵੈਲਪਮੈਂਟ ਨੂੰ ਪ੍ਰਮੋਟ ਕਰੂਗਾ। ਇਹਨੂੰ ਆਪਾਂ ਸਟ੍ਰੈਸ ਹਾਰਮੋਨ ਵੀ ਕਹਿੰਦੇ ਹਾਂ ਔਰ ਰਾਈਪਨਿੰਗ ਵੀ ਕਹਿੰਦੇ ਹਾਂ। ਇਹ ਹੈਲਪ ਕਰਦਾ ਵੀ ਸੋ ਦੈਟ ਜਿਹੜੇ ਫਰੂਟਸ ਨੇ ਉਹ ਛੇਤੀ ਰਾਈਪ ਕਰ ਜਾਣ। ਠੀਕ ਹੈ, ਹੁਣ ਆ ਗਿਆ ਵਾਟ ਆਰ ਦਾ 5 plant growth regulators and what are their functions। ਹੁਣ ਆਪਾਂ ਪੜ੍ਹ ਕੇ ਹਟੇ ਹਾਂ, ਹੁਣ ਇਹਨਾਂ ਨੂੰ ਆਪਾਂ ਅੱਗੇ ਦੇਖਾਂਗੇ ਵੀ ਕੀ ਕਹਿ ਰਹੇ ਆ। The 5 plant growth regulators are auxin, cytosine, gibberellin, abscisic acid ਅਤੇ ਇਥਿਲੀਨ। ਠੀਕ ਹੈ, ਹੁਣ ਦੇਖੋ ਇਹਨਾਂ ਨੇ ਕਿਹਾ ਵੀ ਜਿਹੜੇ ਹਰ ਇੱਕ ਪਲਾਂਟ ਗਰੋਥ ਹਾਰਮੋਨ ਹੈ ਨਾ ਉਹਦਾ ਹਰ ਇੱਕ ਦਾ ਨਾ ਇੱਕ ਡਿਫਰੈਂਟ ਫੰਕਸ਼ਨ ਹੈ। ਹਰ ਕੋਈ ਆਪਣਾ ਅਲੱਗ ਇੱਕ ਪਰਫੋਰਮ ਕਰੂਗਾ ਵੀ ਹਾਂ ਵੀ ਮੇਰਾ ਆਹ ਕੰਮ ਹੈ, ਮੈਂ ਇਹੀ ਕੰਮ ਦੇ ਵਿੱਚ ਕਰੂੰਗਾ। ਲਾਈਕ ਆਕਸੀਨ ਹੈ, ਉਹ ਸਿਰਫ ਰੂਟ 'ਤੇ ਕੰਮ ਕਰੇਗਾ, ਜਿਹੜਾ ਸਾਈਟੋਸਿਨ ਉਹ ਸ਼ੂਟ 'ਤੇ ਕੰਮ ਕਰੇਗਾ। ਹੁਣ ਇਹ ਤਾਂ ਹੈ ਨਹੀਂ ਵੀ ਜਿਹੜਾ ਸਾਈਟੋਸਿਨ ਉਹ ਰੂਟ 'ਤੇ ਕੰਮ ਕਰੇ ਔਰ ਜਿਹੜਾ ਆਕਸੀਨ ਆ ਉਹ ਸ਼ੂਟ 'ਤੇ ਕੰਮ ਕਰੇ। ਜਿਵੇਂ ਹੁਣ ਆਪਾਂ ਇੱਕ ਵਾਰੀ ਪੜ੍ਹੇ ਸੀ ਨਾ ਪਿੱਛੇ ਜੇ ਵੀ ਹਾਂ ਵੀ ਰੇਸ਼ੋ ਵੀ ਡਿਪੈਂਡ ਕਰਦੀ, ਜੇ ਆਪਾਂ ਨੂੰ ਰੂਟ ਚਾਹੀਦੀ ਆ ਹੈ ਨਾ, ਦੈਨ ਆਪਾਂ ਜਿਹੜੀ ਆਕਸੀਨ ਦੀ ਰੇਸ਼ੋ ਆ ਉਹਨੂੰ ਵਧਾ ਦਾਂਗੇ ਅਤੇ ਸਾਈਟੋਸਿਨ ਦੀ ਘਟਾ ਦਾਂਗੇ। ਜੇ ਆਪਾਂ ਨੂੰ ਸ਼ੂਟ ਚਾਹੀਦਾ ਆਪਾਂ ਸਾਈਟੋਸਿਨ ਦੀ ਰੇਸ਼ੋ ਨੂੰ ਵਧਾ ਦਾਂਗੇ ਅਤੇ ਆਕਸੀਨ ਨੂੰ ਘੱਟ ਕਰ ਦਾਂਗੇ। ਠੀਕ ਹੈ, ਦੈਨ ਉਸ ਤੋਂ ਬਾਅਦ ਆਉਂਦਾ ਫੋਰ ਐਗਜ਼ਾਮਪਲ ਆਕਸੀਨ ਕੈਲਸ ਨੂੰ ਇੰਡਿਊਸ ਕਰੂਗਾ ਅਤੇ ਸਾਈਟੋਸਿਨ ਸੈੱਲ ਡਿਵੀਜ਼ਨ ਨੂੰ ਸਿਮੂਲੇਟ ਕਰੇਗਾ। ਜਿਬਰਲਿਨ ਜਿਹੜਾ ਹੈਗਾ ਉਹ ਆਰਗੈਨੋਜੈਨੇਸਿਸ ਨੂੰ ਇੰਡਿਊਸ ਕਰੂਗਾ।
ਸਪੈਸ਼ਲੀ ਕਿਹਦੇ ਵਿੱਚ ਕਰੂਗਾ, ਜਦੋਂ ਆਪਣੇ ਕੋਲ ਐਡਵਾਂਟੇਜਸ ਰੂਟਸ ਹੋਣਗੇ। ਇਹ ਤੁਸੀਂ ਰੂਟਸ ਬਾਰੇ ਪਹਿਲਾਂ ਪੜ੍ਹੀਆਂ ਹੋਣਗੀਆਂ +2+1 ਦੇ ਵਿੱਚ, ਹੈ ਨਾ। ਦੈਨ ਆ ਗਿਆ ਜਿਹੜਾ ਐਬਸੈਸਿਕ ਐਸਿਡ ਹੈ, ਉਹ ਫੇਵਰ ਕਿਹਨੂੰ ਕਰੂਗਾ, ਮੈਚੂਰੇਸ਼ਨ ਅਤੇ ਜਰਮੀਨੇਸ਼ਨ ਨੂੰ। ਇਥਲੀਨ ਜਿਹੜਾ ਹੈਗਾ ਉਹ ਮੇਨ ਰੈਗੂਲੇਟ ਕਰੂਗਾ, ਕਿਹਨੂੰ ਕਰੂਗਾ, ਫਰੂਟ ਰਾਈਪਨਿੰਗ ਨੂੰ। ਵੀ ਆਪਾਂ ਹੁਣ ਨਹੀਂ ਪੜ੍ਹ ਕੇ, ਹੁਣ ਆ ਗਿਆ ਆਪਣੇ ਕੋਲ ਬਿਲੋ ਦਾ ਉਹਦੇ, ਜਦੋਂ ਆਪਾਂ ਨੂੰ ਨਾ ਇਨਵਿਟਰੋ ਦੇ ਵਿੱਚ ਐਡ ਕਰਦੇ ਹੁੰਦੇ ਹਾਂ, ਮਤਲਬ ਜਦੋਂ ਆਪਾਂ ਲੈਬ ਦੇ ਵਿੱਚ ਨਾ ਕੋਈ ਵੀ ਪਲਾਂਟ ਨੂੰ ਗਰੋਥ ਕਰਦੇ, ਇਹਨਾਂ ਦਾ ਸਾਰਿਆਂ ਦਾ ਕੰਮ ਹੁੰਦਾ ਕੀ ਆ। ਹੁਣ ਆ ਗਿਆ ਆਪਣੇ ਕੋਲ ਆਕਸੀਨ ਦੇਖੋ, ਇਹਨਾਂ ਨੇ ਕਿਹਾ ਹੈ ਟੂ ਇੰਡਿਊਸ ਕੈਲਸ ਫਰੋਮ ਐਕਸ ਪਲਾਂਟ, ਠੀਕ ਹੈ। ਹੁਣ ਕੈਲਸ ਜਿਹਨੂੰ ਹੁੰਦੇ ਨਾ ਵੀ ਇਹ ਇੱਕ ਮਾਸ ਹੁੰਦਾ ਅਨਡਿਫਰੈਂਸ਼ੀਏਟਿਡ ਸੈਲਸ ਦਾ, ਠੀਕ ਹੈ। ਕੈਲਸ ਜਿਹੜਾ ਹੈਗਾ ਉਹ ਅਨਡਿਫਰੈਂਸ਼ੀਏਟਿਡ ਸੈਲਸ ਹੋਊਗਾ। ਹੁਣ ਆਪਾਂ ਕੈਲਸ ਬਾਰੇ ਵੀ ਤੁਸੀਂ ਬਹੁਤ ਪੜ੍ਹੋਗੇ, ਸੋ ਤੁਹਾਨੂੰ ਮੈਂ ਹੁਣੇ ਦੱਸ ਦਿੰਦੀ ਹਾਂ। ਕੈਲਸ ਨਾ ਇੱਕ ਥਿਕ ਹਾਰਡ ਸਕਿਨ ਹੋਏਗੀ, ਠੀਕ ਹੈ। ਦੈਨ ਬਹੁਤ ਮਤਲਬ ਇਹਦੇ ਨਾ ਜਿਵੇਂ ਹੁਣ ਆਪਾਂ ਕਹਿ ਨਹੀਂ ਦਿੰਦੇ ਵੀ ਜਦੋਂ ਪਲਾਂਟਸ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਇੱਕ ਹੀ ਜਗ੍ਹਾ ਵੀ ਉਹ ਡਿਫਰੈਂਸ਼ੀਏਟ ਨਹੀਂ ਹੋ ਪਾ ਰਹੇ, ਇੱਕ ਹੀ ਜਗ੍ਹਾ ਸਾਰੇ ਸੈਲਸ ਇਕੱਠੇ ਹੋਏ। ਤੁਸੀਂ ਪਲਾਂਟਸ ਦੇ ਵਿੱਚ ਦੇਖਿਆ ਹੋਣਾ ਵੀ ਉਹ ਸਾਰੇ ਕਿਤੇ ਨਾ ਉਹ ਕੀ ਕਹਿੰਦੇ ਨੇ ਇੱਕ ਗੱਠ ਜਿਹੀ ਵਾਂਗੂ ਬਣੀ ਹੁੰਦੀ ਹੈ, ਜੇ ਤੁਸੀਂ ਕਿ ਧਿਆਨ ਨਾਲ ਕੀਤਾ ਵੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਅਸੀਂ ਹੁਣ ਜਿਹੜੇ ਸੈਲਸ ਨੇ ਅਨਡਿਫਰੈਂਸ਼ੀਏਟ ਕਿਉਂ ਹੁੰਦੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਅਸੀਂ ਕਿਹੜੇ ਅਸੀਂ ਕਿਸ ਦੇ ਵਿੱਚ ਕਨਵਰਟ, ਵੀ ਅਸੀਂ ਸ਼ੂਟ ਬਣਨਾ, ਰੂਟ ਬਣਨਾ, ਕੀ ਬਣਨਾ, ਠੀਕ ਹੈ। ਉਹਨਾਂ ਨੂੰ ਨਹੀਂ ਪਤਾ ਹੁੰਦਾ ਜਦੋਂ ਤੱਕ ਆਪਾਂ ਉਹਨਾਂ ਵਿੱਚ ਕੋਈ ਵੀ ਹਾਰਮੋਨ ਨਹੀਂ ਪਾਵਾਂਗੇ। ਜੇ ਆਪਾਂ ਆਕਸੀਜਨ ਪਾਵਾਂਗੇ ਉਹਨਾਂ ਨੂੰ ਪਤਾ ਹੋਊਗਾ ਵੀ ਮੈਂ ਸ਼ੂਟ ਦੇ ਵਿੱਚ, ਰੂਟ ਦੇ ਵਿੱਚ ਉਹ ਹੋਣਾ, ਠੀਕ ਹੈ। ਆਪਾਂ ਐਕਸਪਲਾਂਟ ਤੋਂ ਲੈਂਦੇ ਹਾਂ। ਐਕਸਪਲਾਂਟ ਆਪਾਂ ਦੇਖੋ ਇਹਨਾਂ ਨੇ ਲਿਖਿਆ ਹੋਇਆ ਨਾ, ਦਾ ਪੋਰਸ਼ਨ ਆਫ ਪਲਾਂਟ ਟਿਸ਼ੂ ਯੂਜ਼ਡ ਇਨ ਕਲਚਰ ਟੈਕਨੀਕ, ਮਤਲਬ ਵੀ ਆਪਾਂ ਪਿਛਲੇ ਪਲਾਂਟ ਦੇ ਵਿੱਚੋਂ ਜਿਹੜਾ ਹੈਲਦੀ ਪਲਾਂਟ ਆ ਉਹਦਾ ਇੱਕ ਟੁਕੜਾ ਲਿੱਤਾ ਹੈ, ਉਹਨੂੰ ਆਪਾਂ ਕਹਿੰਦੇ ਹਾਂ ਐਕਸਪਲਾਂਟ, ਸੋ ਦੈਟ ਆਪਾਂ ਉਸ 'ਤੇ ਅੱਗੇ ਐਕਸਪੈਰੀਮੈਂਟ ਕਰ ਸਕੀਏ, ਠੀਕ ਹੈ। ਹੁਣ ਆ ਗਿਆ ਆਪਣੇ ਕੋਲ ਇਹ ਕੀ ਕਰੂਗਾ, ਫੇਵਰ ਰੂਟ ਔਰ ਸ਼ੂਟ ਮੋਰਫੋਜੈਨੇਸਿਸ, ਮਤਲਬ ਇਹ ਬਾਇਓਲੋਜੀਕਲ ਪ੍ਰੋਸੈਸ ਹੋਊਗਾ ਜੋ ਕੌਜ਼ ਕਰੂਗਾ ਸੈਲਸ ਦੇ, ਟਿਸ਼ੂ ਅਤੇ ਔਰਗਨਿਜ਼ਮ, ਸੋ ਦੈਟ ਉਹ ਡਿਵੈਲਪ ਕਰ ਸਕਣ, ਇੱਕ ਉਸਦੀ ਸ਼ੇਪ ਲੈ ਸਕਣ, ਠੀਕ ਹੈ। ਦੈਨ ਉਸ ਤੋਂ ਬਾਅਦ ਇਹ ਬਹੁਤ ਜ਼ਿਆਦਾ ਇਫੈਕਟਿਵ ਹੁੰਦਾ ਜਦੋਂ ਇਹਨੂੰ ਸਾਈਟੋਕਾਈਨ ਨਾਲ ਕੰਬਾਈਨ ਕਰ ਦਾਂਗੇ। ਹੁਣ ਅਗਲਾ ਆ ਗਿਆ ਆਪਣੇ ਕੋਲ ਸਾਈਟੋਕਾਈਨਸ, ਇਹ ਕਿਹਦੇ ਵਿੱਚ ਹੈਲਪ ਕਰੂਗਾ, ਸੈੱਲ ਡਿਵੀਜ਼ਨ ਨੂੰ ਸਿਮੂਲੇਟ ਕਰੂਗਾ, ਠੀਕ ਹੈ। ਉਸ ਤੋਂ ਬਾਅਦ ਕੀ ਕਰੂਗਾ, ਜਿਹੜੀ ਲੇਟਰਲ ਬਡ ਡੋਰਮੈਂਸੀ ਹੋਗੀ ਨਾ ਉਹਨੂੰ ਰਿਲੀਜ਼ ਕਰ ਦੂਗਾ, ਮਤਲਬ ਜਿਹੜੇ ਇਨਐਕਟਿਵ ਬਰਡਸ ਹੋਣਗੇ ਪਲਾਂਟਸ ਦੇ, ਹੁਣ ਤੁਸੀਂ ਬਰਡਸ ਦੇਖੇ ਹੋਣਗੇ ਹੈ ਨਾ ਪਲਾਂਟਸ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਕੀ ਕਰੂਗਾ, ਆਫਨ ਇਨਹਿਬਿਟ ਐਂਬਰੀਓਜੈਨੇਸਿਸ ਐਂਡ ਰੂਟ ਇੰਡਕਸ਼ਨ, ਕਲੀਅਰ। ਹੁਣ ਥਰਡ ਆ ਗਿਆ ਆਪਣੇ ਕੋਲ ਜਿਬਰਲਿਨ, ਜੋ ਕੀ ਕਰੂਗਾ, ਐਡਵਾਂਟੇਜੀਅਸ ਰੂਟਸ 'ਤੇ ਕੰਮ ਕਰੂਗਾ ਪਰਟੀਕੁਲਰਲੀ, ਠੀਕ ਹੈ। ਇਹ ਔਰਗੈਨੋਜੈਨੇਸਿਸ ਜਿਹੜੇ ਹੋਣਗੇ ਨਾ ਉਹਨਾਂ ਨੂੰ ਇੰਡਿਊਸ ਕਰਦੇ। ਔਰਗੈਨੋਜੈਨੇਸਿਸ ਔਰ ਸੋਮੈਟਿਕ ਵਾਲਾ ਵੀ ਇੱਕ ਟੋਪਿਕ ਹੈਗਾ ਨਾ, ਉਹ ਆਪਾਂ ਅੱਗੇ ਡਿਸਕਸ ਕਰਾਂਗੇ, ਤੁਹਾਨੂੰ ਉੱਥੋਂ ਪਤਾ ਲੱਗ ਜਾਊ ਵੀ ਇਹ ਔਰਗੈਨੋਜੈਨੇਸਿਸ ਕੀ ਹੁੰਦਾ ਅਤੇ ਸੋਮੈਟਿਕ ਵਾਲਾ ਕੀ ਹੁੰਦਾ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਕੁਛ ਕੇਸਿਸ ਦੇ ਵਿੱਚ ਕੀ ਹੁੰਦਾ ਹੈ ਵੀ ਇਹ ਸ਼ੂਟ, ਰੂਟ ਔਰ ਐਂਬਰੀਓ ਫਾਰਮੇਸ਼ਨ ਨੂੰ ਨਾ ਇਨਹਿਬਿਟ ਕਰ ਦੇਗਾ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਐਬਸੈਸਿਕ ਐਸਿਡ। ਐਬਸੈਸਿਕ ਐਸਿਡ ਕੀ ਆ, ਇਹ ਮੈਚੂਰੇਸ਼ਨ ਅਤੇ ਜਰਮੀਨੇਸ਼ਨ ਦੇ ਵਿੱਚ ਫੇਵਰ ਕਰੇਗਾ, ਸੋ ਦੈਟ ਉਹਨਾਂ ਦੀ ਜਿਹੜੀ ਸੋਮੈਟਿਕ ਐਂਬਰੀਓਜੈਨੇਸਿਸ ਹੈ ਨਾ ਉਹਨਾਂ ਦੀ, ਠੀਕ ਹੈ। ਜੇ ਹਾਇਰ ਕੰਸਨਟ੍ਰੇਸ਼ਨ ਹੋਏਗੀ ਦੈਨ ਇਹ ਕੈਲਸ ਦੀ ਗਰੋਥ ਅਤੇ ਔਰਗੈਨੋਜੈਨੇਸਿਸ ਨੂੰ ਇਨਹਿਬਿਟ ਕਰ ਦੇਗਾ। ਉਸ ਤੋਂ ਬਾਅਦ ਕੀ ਹੋਊਗਾ, ਇਹ ਫੇਵਰ ਕਰੂਗਾ ਮੈਚੂਰੇਸ਼ਨ ਨੂੰ ਅਤੇ ਉਸ ਤੋਂ ਬਾਅਦ ਨੋਰਮਲ ਗਰੋਥ ਆਫ ਸੋਮੈਟਿਕ ਐਂਬਰੀਓ, ਮਤਲਬ ਇਹ ਸੋਮੈਟਿਕ ਐਂਬਰੀਓਜ਼ ਦੀ ਗਰੋਥ ਦੇ ਵਿੱਚ ਵੀ ਫੇਵਰ ਕਰੇਗਾ। ਉਸ ਤੋਂ ਬਾਅਦ ਕੀ ਹੁੰਦਾ ਵੀ ਇਹ ਇਨਕਰੀਜ਼ਿਸ ਦ ਫਰੀਜ਼ਿੰਗ ਟੋਲਰੈਂਸ ਆਫ ਗਰੋਥ ਪਲਾਂਟ ਐਂਡ ਸੈੱਲ ਕਲਚਰ, ਮਤਲਬ ਵੀ ਜਿਹੜੇ ਗਰੋਨ ਪਲਾਂਟ ਹੋਣਗੇ ਅਤੇ ਸੈੱਲ ਕਲਚਰਸ ਹੋਣਗੇ ਉਹਨਾਂ ਦੀ ਫਰੀਜ਼ਿੰਗ ਟੋਲਰੈਂਸ ਨੂੰ ਵੀ ਇਨਕਰੀਜ਼ ਕਰ ਦੂਗਾ, ਮਤਲਬ ਵੀ ਉਹ ਫਰੀਜ਼ਿੰਗ ਜਦੋਂ ਐਨ ਪੂਰੀ ਠੰਡ ਹੋਈ ਨਾ ਵੀ ਉੱਥੇ ਵੀ ਨਾ ਉਹ ਕਰ ਸਕਣ, ਵੀ ਸਹਿ ਸਕਣ, ਆਪਣੇ ਆਪ ਨੂੰ ਵੀ ਸਰਵਾਈਵ ਕਰ ਲੈਣ, ਠੀਕ ਹੈ। ਹੁਣ ਆ ਗਿਆ ਆਪਣੇ ਕੋਲ ਇਥਲੀਨ। ਇਥਲੀਨ ਦਾ ਕੰਮ ਕੀ ਆ,
ਵੀ ਇਹ ਦੇਖੋ ਇਟ ਇज़ ਲੈਸ ਫਰੀਕੁਐਂਟਲੀ ਯੂਜ਼, ਮਤਲਬ ਇਹ ਬਹੁਤ ਘੱਟ ਯੂਜ਼ ਹੁੰਦਾ। ਕਿਉਂ ਹੁੰਦਾ? ਕਿਉਂਕਿ ਪਲਾਂਟ ਕਲਚਰ ਦੇ ਵਿੱਚ ਕੀ ਹੁੰਦਾ ਵੀ ਜਿਹੜੇ ਪਲਾਂਟਸ ਨੇ ਉਹ ਆਲਰੇਡੀ ਹੀ ਆਪਣੇ ਵੱਲੋਂ ਹਾਰਮੋਨਸ ਨੂੰ ਪ੍ਰੋਡਿਊਸ ਕਰ ਦਿੰਦੇ ਨੇ। ਵੈਨ ਇਟ ਇਜ਼ ਯੂਜ਼ਡ ਇਟ ਪ੍ਰਮੋਟ ਦਾ ਮੈਚੂਰੇਸ਼ਨ ਆਫ ਟਿਸ਼ੂਜ਼, ਮਤਲਬ ਜਦੋਂ ਇਹਨੂੰ ਆਪਾਂ ਯੂਜ਼ ਕਰਦੇ ਹਾਂ ਨਾ ਤਾਂ ਜਿਹੜੇ ਟਿਸ਼ੂਜ਼ ਨੇ ਉਹਨਾਂ ਦੀ ਮੈਚੂਰੇਸ਼ਨ ਦੇ ਵਿੱਚ ਹੈਲਪ ਕਰਨਗੇ ਸੋ ਦੈਟ ਉਹ ਪ੍ਰਮੋਟ ਹੋ ਜਾਣ। ਉਸ ਤੋਂ ਬਾਅਦ ਆ ਗਿਆ ਡਿਪੈਂਡਿੰਗ ਅਪੋਨ ਦਾ ਟਾਈਮ ਆਫਟਰ ਸਬ ਕਲਚਰ, ਮਤਲਬ ਵੀ ਜਦੋਂ ਸਬ ਕਲਚਰਿੰਗ ਤੋਂ ਬਾਅਦ ਵੀ ਇਹ ਡਿਪੈਂਡ ਕਰੂਗਾ ਟਾਈਮ 'ਤੇ ਸੋ ਦੈਟ ਜਿਹੜੇ ਇਥਲੀਨ ਹੈ ਉਹ ਸਟਿਮੂਲੇਟ ਹੋ ਸਕੇ ਅਤੇ ਇਨਹਿਬਿਟ ਕਰ ਸਕੇ ਗਰੋਥ ਨੂੰ ਅਤੇ ਉਸਦੀ ਔਰਗੈਨੋਜੈਨੇਸਿਸ ਨੂੰ। ਉਸ ਤੋਂ ਬਾਅਦ ਇਹ ਕੈਲਸ ਦੀ ਗਰੋਥ 'ਤੇ ਵੀ ਅਫੈਕਟ ਕਰੂਗਾ, ਸਸਪੈਂਸ਼ਨ ਕਲਚਰ 'ਤੇ ਵੀ ਅਫੈਕਟ ਕਰੇਗਾ, ਸਟੈਮ 'ਤੇ ਵੀ ਕਰੂਗਾ, ਰੂਟ ਇਲੋਂਗੇਸ਼ਨ 'ਤੇ ਵੀ ਕਰੇਗਾ। ਠੀਕ ਹੈ, ਹੁਣ ਆ ਗਿਆ ਆਪਣੇ ਕੋਲੇ ਟਾਈਪਸ ਆਫ ਫਾਈਟੋ ਹਾਰਮੋਨਸ। ਆਪਣੇ ਕੋਲੇ ਫਾਈਟੋ ਹਾਰਮੋਨਸ ਕਿਹੜੇ ਨੇ? ਬਹੁਤ ਸਾਰੇ ਨੇ, ਹੁਣੇ ਆਪਾਂ ਪੜ੍ਹ ਕੇ ਹਟਿਆ ਹੈ ਨਾ। ਆਕਸੀਨ ਹੋ ਗਿਆ, ਜਿਬਰਲਿਨ ਹੋ ਗਿਆ, ਇਥਲੀਨ ਹੋ ਗਿਆ, ਐਬਸਿਸਿਕ ਐਸਿਡ ਹੋ ਗਿਆ, ਇਹਨਾਂ ਨੂੰ। ਸੋ ਹੁਣ ਇਹਨਾਂ ਬਾਰੇ ਆਪਾਂ ਪੜ੍ਹਦੇ। ਆਕਸੀਨ ਦੇਖੋ ਇਹ ਕੀ ਆ? ਇਹ ਇੱਕ ਗਰੁੱਪ ਹੈ ਫਾਈਟੋ ਹਾਰਮੋਨ ਦਾ ਅਤੇ ਇਹ ਕਿਹਦੀ ਕੈਟਾਗਰੀ ਦੇ ਵਿੱਚ ਆਉਂਦਾ? ਇੰਡੋਲ ਕੈਟਾਗਰੀ ਦੇ ਵਿੱਚ, ਜਿਸ ਦੇ ਵਿੱਚ ਕੀ ਆ ਜੋ ਕਿ ਨੈਚੁਰਲੀ ਐਗਜ਼ਿਟ ਕਰੂਗਾ ਇੰਡੋਲ 3 ਐਸੀਟਿਕ ਐਸਿਡ, ਮੀਨਸ ਜਿਹਨੂੰ ਆਪਾਂ ਕਹਿੰਦੇ ਹਾਂ IAA। ਠੀਕ ਹੈ, ਇਹਨਾਂ ਨੇ ਕਿਹਾ ਵੀ ਜਿਹੜਾ ਆਕਸੀਨ ਆ ਉਹ ਪ੍ਰਾਇਮਰੀਲੀ ਕਿਹਦੀ ਸਿੰਥੇਸਾਈਜ਼ ਦੇ ਵਿੱਚ ਹੈਲਪ ਕਰੇਗਾ? ਰੂਟ ਅਤੇ ਸ਼ੂਟ ਦੀ ਟਿਪ 'ਤੇ, ਯੰਗ ਲੀਵਸ ਹੋ ਗਿਆ, ਜਰਮੀਨੇਟਿੰਗ ਸੀਡਸ, ਉਹਨਾਂ ਦੀ ਟਿਪ 'ਤੇ ਉਹ ਕਰੇਗਾ, ਸਿੰਥੇਸਾਈਜ਼ ਕਰੇਗਾ। ਆਕਸੀਨ ਜਿਹੜਾ ਹੈਗਾ ਉਹ ਇੰਟਰਨਲੀ ਮਤਲਬ ਟਰਾਂਸਪੋਰਟ ਕੀਤਾ ਜਾਂਦਾ ਪਲਾਂਟਸ ਅੰਦਰ ਬਾਈ ਮੀਨਸ ਆਫ ਪੋਲਰ ਟਰਾਂਸਪੋਰਟ, ਮਤਲਬ ਵੀ ਇਹ ਨਾ ਇੰਟਰਨਲੀ ਟਰਾਂਸਪੋਰਟ ਕਿਵੇਂ ਟਰਾਂਸਫਰ ਕੀਤਾ ਜਾਊਗਾ? ਜਦੋਂ ਆਪਣੇ ਕੋਲੇ ਪੋਲਰ ਟਰਾਂਸਪੋਰਟ, ਜਿਸ ਦੇ ਵਿੱਚ ਕੀ ਹੋਊਗਾ ਵੀ ਇਹ ਕੰਸਨ ਇਜ਼ ਫਾਰਮਿੰਗ ਕਨੈਕਸ਼ਨ ਗ੍ਰੇਡੀਅੰਟ ਟੂ ਰੈਗੂਲੇਟ ਦ ਗਰੋਥ, ਮਤਲਬ ਇਹ ਰੈਗੂਲੇਟ ਕਰੇਗਾ। ਜਿਹੜੇ ਸਿੰਥੈਟਿਕ ਇਹ ਪਲਾਂਟਸ ਖੁਦ ਜਿਹੜਾ ਪ੍ਰੋਡਿਊਸ ਕਰ ਰਹੇ ਜਿਹਨੂੰ ਆਪਾਂ ਕਹਿੰਦੇ ਹਾਂ ਫਾਈਟੋ, ਅਤੇ ਇੱਕ ਸਿੰਥੈਟਿਕ ਆਕਸੀਨ ਵੀ ਹੁੰਦਾ ਜਿਹਨੂੰ ਆਪਾਂ ਕਹਿੰਦੇ ਹਾਂ 2,4, ਇਹ ਤਾਂ ਹੈਗਾ IAA ਨੈਚੁਰਲ ਵਾਲਾ। ਇਹ ਜਿਹੜਾ 2,4 ਡਾਈਕਲੋਰੋਫਿਨੋ ਐਸੀਟਿਕ ਐਸਿਡ ਅਤੇ ਨੈਫਥਲੀਨ ਐਸੀਟਿਕ ਐਸਿਡ ਹੈ, ਇਹ ਦੋਨੋਂ ਹੈਗੇ ਨੇ ਸਿੰਥੈਟਿਕ ਆਕਸੀਨਸ। ਠੀਕ ਹੈ, ਜੋ ਆਪਾਂ ਐਗਰੀਕਲਚਰ ਅਤੇ ਹਾਰਟੀਕਲਚਰ ਦੇ ਵਿੱਚ ਯੂਜ਼ ਕਰਦੇ ਹਾਂ। ਹੁਣ ਫੰਕਸ਼ਨਸ ਤੁਸੀਂ ਪੜ੍ਹੇ ਨੇ, ਸੈਲਿੰਗ ਇਲੋਂਗੇਸ਼ਨ ਦੇ ਵਿੱਚ ਹੈਲਪ ਕਰੇਗਾ, ਐਪੀਕਲ ਡੋਮੀਨੈਂਸ ਦੇ ਵਿੱਚ ਹੈਲਪ ਕਰਦਾ ਹੈ, ਰੂਟ ਦੀ ਇਨੀਸ਼ੀਏਸ਼ਨ ਦੇ ਵਿੱਚ ਹੈਲਪ ਕਰਦਾ ਹੈ, ਟ੍ਰੋਪੋਜ਼ਮ ਦੇ ਵਿੱਚ ਹੈਲਪ ਕਰਦਾ, ਵਸਕੂਲਰ ਟਿਸ਼ੂ ਡਿਫਰੈਂਸ਼ੀਏਸ਼ਨ ਕਰਦਾ ਹੈ। ਠੀਕ ਹੈ, ਇਹਨਾਂ ਦੇ ਵਿੱਚ ਹੁਣ ਤੁਸੀਂ ਇਲੋਂਗੇਸ਼ਨ ਪਤਾ ਲੱਗੇ ਵੀ ਸੈਲਸ ਦੀ ਇਲੋਂਗੇਸ਼ਨ ਦੇ ਵਿੱਚ ਹੈਲਪ ਕਰੂਗਾ। ਐਪੀਕਲ ਡੋਮੀਨੈਂਸ ਮਤਲਬ ਵੀ ਇਹ ਜਦੋਂ ਮੇਨ ਰੂਟ ਨਾ ਡਿਵੈਲਪ ਹੋ ਰਹੀ ਹੁੰਦੀ ਹੈ ਤਾਂ ਉਹ ਐਪੀਕਲ ਬਰਡ ਜਿਹੜਾ ਹੈਗਾ ਨਾ ਉਹ ਪ੍ਰੀਵੈਂਟ ਕਰਦਾ ਸੋ ਦੈਟ ਜਿਹੜੇ ਲੇਟਰਲ ਬਰਡਸ ਦੀ ਡਿਵੈਲਪਮੈਂਟ ਨੂੰ। ਠੀਕ ਹੈ, ਉਸ ਤੋਂ ਬਾਅਦ ਜਦੋਂ ਇਹਨੂੰ ਆਪਾਂ ਨਾ ਹਾਈ ਲੈਵਲ ਹੁੰਦਾ ਨਾ ਕੀ ਕਹਿੰਦੇ ਨੇ ਰੂਟ ਦੇ ਉੱਤੇ ਹੈ ਨਾ, ਉਸ ਤੋਂ ਬਾਅਦ ਉਹਦੀ ਗਰੋਥ ਦੇ ਵਿੱਚ ਹੈਲਪ ਕਰਦਾ ਹੈ। ਫਿਰ ਰੂਟ ਜਦੋਂ ਰੂਟਸ ਉਹਦੇ ਵੱਧ ਸਕਣ ਇਹਨਾਂ ਦੇ ਵਿੱਚ। ਹੁਣ ਆ ਗਿਆ ਜਿਬਰਲਿਨ। ਜਿਬਰਲਿਨ ਵੀ ਉਹੀ ਹੈ ਵੀ ਇਹ ਫਾਈਟੋ ਹਾਰਮੋਨ ਹੈ। ਠੀਕ ਹੈ, ਉਸ ਤੋਂ ਬਾਅਦ ਇਸ ਦੇ ਵਿੱਚ ਆਪਣੇ ਕੋਲ 100 ਤਰ੍ਹਾਂ ਦੇ ਜਿਬਰਲਿਨਸ ਹੁੰਦੇ ਨੇ ਜੋ ਕਿ ਪਰਫੋਰਮ ਕਰਦੇ ਨੇ ਫੰਕਸ਼ਨਸ। ਠੀਕ ਹੈ, ਇਹਨਾਂ ਦਾ ਮੇਨ ਕੰਮ ਕੀ ਹੁੰਦਾ? ਮੇਨਲੀ ਇਹ ਯੰਗ ਲੀਵਸ 'ਤੇ ਕਰਨਗੇ, ਰੂਟਸ 'ਤੇ ਕਰਨਗੇ ਅਤੇ ਉਸ ਤੋਂ ਬਾਅਦ ਕੀ ਕਹਿੰਦੇ ਨੇ ਸ਼ੂਟਸ 'ਤੇ ਕਰਨਗੇ, ਸੀਡਸ 'ਤੇ ਕਰਨਗੇ, ਯੰਗ ਫਰੂਟਸ ਦੇ ਉੱਤੇ ਕਰਨਗੇ, ਟਰਾਂਸਪੋਰਟ ਕਰਨਗੇ ਕਿਹਦੇ ਦੁਆਰਾ? ਵਸਕੂਲਰ ਬੰਡਲਸ ਦੇ ਦੁਆਰਾ। ਪਹਿਲਾਂ ਉਹ ਕਿਹਦੇ ਟਰਾਂਸਫਰ ਕਰ ਰਹੇ ਸੀ? ਪੋਲਰ ਟਰਾਂਸਫਰ। ਇਹ 'ਚ ਕਿਹਦੇ ਨਾਲ ਹੋ ਰਹੇ ਨੇ? ਉਹ ਵਸਕੂਲਰ ਬੰਡਲਸ ਦੇ ਰਾਹੀਂ। ਦੈਨ ਫੰਕਸ਼ਨ ਕੀ ਆ ਗਿਆ? ਉਹੀ ਵੀ ਸਟੈਮ ਇਲੋਂਗੇਸ਼ਨ ਹੋਏਗੀ, ਡੋਰਮੈਂਸੀ ਨੂੰ ਬ੍ਰੇਕ ਕਰਨਗੇ। ਡੋਰਮੈਂਸੀ ਮਤਲਬ ਵੀ ਆਪਾਂ ਆਰ ਅਕਾਊਂਟੇਬਲ ਫॉर ਬ੍ਰੇਕਿੰਗ ਸੀ ਡੋਰਮੈਂਸੀ ਇੰਡਿਊਸਿੰਗ ਜਰਮੀਨੇਸ਼ਨ, ਮਤਲਬ ਇਹ ਕੀ ਕਰੇਗਾ ਨਾ ਵੀ ਡੋਰਮੈਂਸੀ ਸੀਡ ਦੀ ਜਿਹੜੀ ਡੋਰਮੈਂਸੀ ਹੁੰਦੀ ਨਾ ਉਹਨੂੰ ਬ੍ਰੇਕ ਕਰ ਦੂਗਾ ਸੋ ਦੈਟ ਜਰਮੀਨੇਸ਼ਨ ਅਕਰ ਹੋ ਸਕੇ। ਠੀਕ ਹੈ, ਇਸ ਦੇ ਵਿੱਚ ਕਿ ਇਟ ਇਨੀਸ਼ੀਏਟ ਦ ਫੋਰਮੇਸ਼ਨ ਆਫ ਅਲਫਾ ਅਮਾਈਲੇਜ਼ ਦੈਟ ਹਾਈਡਰੋਲਾਈਸਿਸ ਅ ਸਟਾਰਚ ਰਿਜ਼ਰਵ ਇਨ ਐਂਡੋਸਪਰਮ ਸਪਲਾਈਜ਼ ਐਨਰਜੀ ਫॉर ਡਿਵੈਲਪਮੈਂਟ ਆਫ ਐਮਬ੍ਰਿਓ। ਮਤਲਬ ਇਹ ਨਾ ਅਲਫਾ ਅਮਾਈਲੇਜ਼ ਨੂੰ ਇਨੀਸ਼ੀਏਟ ਕਰੇਗਾ ਸੋ ਦੈਟ ਉਹ ਫੋਰਮੇਸ਼ਨ ਹੋ ਸਕੇ ਅਤੇ ਉਸ ਤੋਂ ਬਾਅਦ ਕੀ ਕਰੂਗਾ? ਇਹ ਸਟਾਰਚ ਨੂੰ ਨਾ ਹਾਈਡਰੋਲਾਈਜ਼ ਕਰੂਗਾ
ਕਿਸ ਦੇ ਵਿੱਚ ਕਰੇਗਾ, ਐਂਡੋਸਪਰਮ ਦੇ ਵਿੱਚ, ਸੋ ਦੈਟ ਉਹ ਐਨਰਜੀ ਨੂੰ ਸਪਲਾਈ ਕਰ ਸਕਣ ਕਿਹਦੇ ਵਾਸਤੇ, ਐਂਬਰੀਓ ਦੀ ਡਿਵੈਲਪਮੈਂਟ ਵਾਸਤੇ। ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਇੰਡਿਊਸ ਫਲਾਵਰਿੰਗ, ਹੈ ਨਾ, ਵੀ ਲੌਂਗ ਟਰਮ ਦੇ ਵਿੱਚ ਫਲਾਵਰਿੰਗ ਆਵੇ। ਜਿਬਰਲਿਨ ਕੰਟਰੋਲ ਫਰੂਟ ਗਰੋਥ ਆਲਸੋ, ਮਤਲਬ ਫਰੂਟ ਗਰੋਥ ਦੇ ਵਿੱਚ ਵੀ ਇਹ ਹੈਲਪ ਕਰਦਾ। ਇਹ ਹੋ ਗਿਆ ਜਿਬਰਲਿਨ ਬਾਰੇ। ਹੁਣ ਆ ਗਿਆ ਆਪਣੇ ਕੋਲ ਸਾਈਟੋਕਾਈਨਸ। ਇਹ ਵੀ ਫਾਈਟੋ ਹਾਰਮੋਨ ਹੈ ਜੋ ਕਿ ਕਿਸ ਦੇ ਵਿੱਚ, ਜੋ ਕਿਹਨੂੰ ਸਿਮੂਲੇਟ ਕਰੇਗਾ, ਸੈੱਲ ਡਿਵੀਜ਼ਨ ਨੂੰ। ਕਿਸ ਦੇ ਵਿੱਚ, ਰੂਟ ਤੇ ਸ਼ੂਟ, ਪਲਾਂਟ ਦੀ ਰੂਟ ਔਰ ਸ਼ੂਟ 'ਤੇ, ਠੀਕ ਹੈ। ਜ਼ਿਟਿਨ ਇਜ਼ ਵਨ ਬੈਸਟ ਨੋਨ, ਇਹ ਜਿਹੜਾ ਸਾਨੂੰ ਦੇਖੋ, Zetin is one of the most, ਇਹ ਸਾਰਿਆਂ ਨਾਲੋਂ ਬੈਸਟ ਨੋਨ ਨੈਚੁਰਲ ਸਾਈਟੋਕਾਈਨ ਹੈ। ਕੀ ਹੈ, ਜ਼ੈਟਿਨ, ਠੀਕ ਹੈ। ਦੈਨ ਉਸ ਤੋਂ ਬਾਅਦ ਹੈਗਾ ਕਾਈਟਿਨ, ਅਤੇ ਇੱਕ ਹੈਗਾ BAP, ਠੀਕ ਹੈ। ਇਹ ਹੈਗੇ ਨੇ ਸਾਰੇ ਸਿੰਥੈਟਿਕ ਵਾਲੇ, ਜਿਹੜੇ ਇਹ ਨੇ ਨਾ, ਇਹ ਸਾਰੇ ਸਿੰਥੈਟਿਕ ਵਾਲੇ ਨੇ। ਇਹਨਾਂ ਨੇ ਕਿਹਾ ਵੀ ਜਿਹੜਾ ਸਾਈਟੋਕਾਈਨਸ ਨੇ ਉਹ ਪ੍ਰਾਇਮਰੀ ਰੂਟ ਦੀ ਟਿਪ ਦੇ ਉੱਤੇ ਪ੍ਰੋਡਿਊਸ ਕਰੂਗਾ, ਸੋ ਦੈਟ ਜਿਹੜਾ ਰੈਸਟ ਆਫ ਦਾ ਪਲਾਂਟ ਹੈ ਉਹ ਮੂਵ ਕਰ ਸਕਣ। ਕਿਹਦੇ ਦੁਆਰਾ ਕਰਨਗੇ ਮੂਵ, ਉਹ ਜ਼ਾਈਲਮ ਦੇ ਰਾਹੀਂ, ਠੀਕ ਹੈ। ਰੋਲ ਤੁਹਾਨੂੰ ਪਤਾ ਹੈ, ਸੈੱਲ ਡਿਵੀਜ਼ਨ ਹੋ ਜਾਏਗੀ, ਮਤਲਬ ਸੈੱਲ ਗਰੋਥ ਹੋ ਜੂਗੀ, ਡਿਵੀਜ਼ਨ ਹੋ ਜਾਏਗੀ, ਪਾਰਟੀਕੂਲਰ ਮਤਲਬ ਫਿਰ ਉਹ ਆਪਣਾ ਨਾ ਰੂਟ ਔਰ ਸ਼ੂਟ ਦੇ ਵਿੱਚ ਕਨਵਰਟ ਹੋ ਜਾਣਗੇ। ਪਹਿਲਾਂ ਤਾਂ ਸਕੈਲਸ ਸੀ, ਮਤਲਬ ਅਨਡਿਫਰੈਂਸ਼ੀਏਟ, ਇੱਕ ਗਰੁੱਪ ਆਫ ਸੈੱਲ ਸੀ ਜਿਹਨੂੰ ਨਹੀਂ ਪਤਾ ਸੀ ਮੈਂ ਕਿਸ ਦੇ ਵਿੱਚ ਕਨਵਰਟ ਹੋਣਾ। ਜਦੋਂ ਉਹਨਾਂ ਨੂੰ ਆਪਾਂ ਨੂੰ ਹਾਰਮੋਨਸ ਦਿੱਤੇ, ਫਿਰ ਉਹਨਾਂ ਨੂੰ ਪਤਾ ਲੱਗੇ ਵੀ ਮੈਨੂੰ ਇਸ ਦੇ ਵਿੱਚ ਕਨਵਰਟ ਹੋਣਾ, ਮੈਂ ਇਸ ਦੇ ਵਿੱਚ ਹੀ ਕਨਵਰਟ ਹੋਊਗਾ, ਹੋਰ ਕਿਸੇ ਦੇ ਵਿੱਚ ਨਹੀਂ, ਠੀਕ ਹੈ। ਵੀ ਜਦੋਂ ਲੀਵਸ ਦੀ ਏਜਿੰਗ ਹੋ ਜਾਂਦੀ ਹੈ, ਏਜ ਪਹੁੰਚਣ ਵਾਲੀ ਵੀ ਗਿਰਨ ਵਾਲੇ, ਉਸ ਨੂੰ ਵੀ ਇਹ ਵਧਾ ਦਿੰਦਾ, ਉਹਨੂੰ ਵੀ ਡਿਲੇ ਕਰ ਦਿੰਦਾ। ਦੈਨ ਉਸ ਤੋਂ ਬਾਅਦ ਕੀ ਹੁੰਦਾ, ਰਿਜ਼ਰਵ ਐਪੀਕਲ ਡੋਮੀਨੈਂਸ, ਹੈ ਨਾ। ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਇਨਕਰੀਜ਼ ਫੋਟੋਸਿੰਥੇਸਿਸ। ਹੁਣ ਆ ਗਿਆ ਆਪਣੇ ਕੋਲ ਫੋਰਥ, ਉਹ ਹੈਗਾ ਇਥਲੀਨ। ਇਥਲੀਨ ਜਿਹੜਾ ਹੈਗਾ ਉਹ ਗੈਸ਼ੀਅਸ ਫਾਈਟੋ ਹਾਰਮੋਨ ਹੈ, ਠੀਕ ਹੈ, ਜੋ ਹਰ ਇੱਕ ਪਲਾਂਟ ਟਿਸ਼ੂ ਦੇ ਵਿੱਚ ਸਿੰਥੇਸਾਈਜ਼ ਕੀਤਾ। ਕਦੋਂ ਕੀਤਾ ਜਾਂਦਾ, ਸੈਂਸ ਦੇ ਵਿੱਚ, ਠੀਕ ਹੈ। ਜਦੋਂ ਫਰੂਟ ਰਾਈਪਨਿੰਗ ਹੁੰਦੀ ਹੈ, ਸਟ੍ਰੈਸ ਕੰਡੀਸ਼ਨ ਹੁੰਦੀ ਹੈ, ਉਦੋਂ ਇਹਦਾ ਫੰਕਸ਼ਨ ਕੀ ਆ, ਫਰੂਟ ਰਾਈਪ ਕਰੇਗਾ, ਹੈ ਨਾ। ਉਸ ਤੋਂ ਬਾਅਦ ਸਟ੍ਰੈਸ ਰਿਸਪੋਂਸ, ਮਤਲਬ ਹਾਰਸ਼ ਕੰਡੀਸ਼ਨ ਦੇ ਵਿੱਚ ਵੀ ਨਾ ਇਹ ਉਹ ਕਰ ਲੈਂਦੇ ਨੇ, ਉਦੋਂ ਪ੍ਰੋਡਿਊਸ ਕਰਦੇ ਨੇ, ਸੋ ਦੈਟ ਉਹ ਉੱਥੇ ਸਰਵਾਈਵ ਕਰ ਸਕਣ। ਉਸ ਤੋਂ ਬਾਅਦ ਆ ਗਿਆ ABA, ਜਿਹਨੂੰ ਆਪਾਂ ਕਹਿੰਦੇ ਹਾਂ ਐਬਸੈਸਿਕ ਐਸਿਡ, ਠੀਕ ਹੈ। ਇਹ ਵੀ ਆਪਾਂ ਮਤਲਬ ਪਰਟੀਕੂਲਰਲੀ ਇਹ ਨਾ ਇਨ ਸੀਡਸ ਔਰ ਮੈਚਿਓਰ ਲੀਵਸ ਦੇ ਵਿੱਚ ਹੀ ਕੰਮ ਕਰਦਾ, ਅਤੇ ਇਹਦਾ ਇਹ ਰੋਲ ਕੀ ਹੈ ਵੀ ਸੀਡ ਡੋਰਮੈਂਸੀ ਅਤੇ ਸਟ੍ਰੈਸ ਰਿਸਪੋਂਸਿਸ ਦੇ ਉੱਤੇ ਹੀ ਕੰਮ ਕਰੇਗਾ। ਇਹਦੇ ਫੰਕਸ਼ਨ ਕੀ ਹੈ, ਸੀਡ ਡੋਰਮੈਂਸੀ ਨੂੰ ਵਧਾ ਦੂਗਾ। ਦੈਨ ਉਸ ਤੋਂ ਬਾਅਦ ਡਰੌਟ ਕੰਡੀਸ਼ਨ ਅਤੇ ਸਟ੍ਰੈਸ ਕੰਡੀਸ਼ਨ ਦੇ ਵਿੱਚ ਅਕੋਮੂਲੇਟ ਕਰ, ਸੋ ਦੈਟ ਪਲਾਂਟ ਦੀ ਡੈਥ ਨੂੰ ਨਾ ਘਟਾ ਸਕਣ, ਬਸ ਇਹੀ ਆ। ਔਰ ਉਸ ਤੋਂ ਬਾਅਦ ਕੀ ਆ, ਐਬਸੈਸਿਕ ਐਸਿਡ ਇਜ਼ ਜਨਰਲੀ ਅ ਗਰੋਥ ਇਨਹੀਬਿਟਰ ਦੈਟ ਡਿਕਰੀਜ਼ਸ ਦ ਰੇਟ ਆਫ ਇਲੋਂਗੇਸ਼ਨ, ਮਤਲਬ ਇਹ ਇੱਕ ਨਾ ਗਰੋਥ ਇਨਹੀਬਿਟਰ ਵੀ ਹੈ, ਜਿਸ ਨਾਲ ਕੀ ਹੁੰਦਾ ਵੀ ਜਿਹੜੀ ਇਲੋਂਗੇਸ਼ਨ ਹੈ ਅਤੇ ਸੈੱਲ ਡਿਵੀਜ਼ਨ ਦਾ ਰੇਟ ਆ ਉਹਨੂੰ ਵੀ ਉਹ ਘੱਟ ਕਰ ਸਕਣ। ਦੈਟਸ ਆਲ ਫॉर ਟੂਡੇ। ਨੈਕਸਟ ਟੋਪਿਕ ਆਪਾਂ ਦੇਖਦੇ ਹਾਂ ਕੀ ਕਰੀਏ। ਉਸ ਤੋਂ ਬਾਅਦ ਨੈਕਸਟ ਟੋਪਿਕ ਆਪਾਂ ਪੜ੍ਹਾਂਗੇ ਇਹਦਾ ਪਲਾਂਟ ਟਿਸ਼ੂ ਕਲਚਰ ਦਾ ਹੀ ਪੜ੍ਹਾਂਗੇ। ਵੀ ਅਗਰ ਤੁਹਾਨੂੰ ਕੋਈ ਡਾਊਟ ਹੋਇਆ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਹੋ। ਹੁਣ ਆਪਣੇ ਕੋਲ ਪਲਾਂਟ ਟਿਸ਼ੂ ਕਲਚਰ ਦੇ ਵਿੱਚ ਆਪਾਂ ਨੇ ਪਲਾਂਟ ਰੈਗੂਲੇਟਰਸ ਬਾਰੇ ਤਾਂ ਆਪਾਂ ਨੇ ਪੜ੍ਹ ਲਿਆ, ਹੈ ਨਾ। ਅਗਲਾ ਟੋਪਿਕ, ਅਗਰ ਤੁਹਾਨੂੰ ਕੋਈ ਟੋਪਿਕ ਹੈਗਾ ਨਹੀਂ ਤੁਹਾਨੂੰ ਸਮਝ ਆ ਰਿਹਾ ਦੈਨ ਪਲੀਜ਼ ਲੈਟ ਮੀ ਨੋ। ਅਗਲਾ ਆਪਾਂ ਪੜ੍ਹਾਂਗੇ ਵੀ ਕਲਚਰ ਮੀਡੀਆ ਬਾਰੇ, ਵੀ ਕਿੰਨੇ ਤਰ੍ਹਾਂ ਦੇ ਆਪਣੇ ਕੋਲ ਕਲਚਰ ਮੀਡੀਆਜ਼ ਨੇ, ਕਿਵੇਂ ਉਹਨਾਂ ਦੀ ਕੰਪੋਜੀਸ਼ਨ ਹੈ, ਕਿਵੇਂ ਉਹਨਾਂ ਨੂੰ ਆਪਾਂ ਸਟਰਲਾਈਜ਼ ਕਰਦੇ ਹਾਂ, ਕੀ ਟਾਈਪਸ ਨੇ, ਠੀਕ ਹੈ, ਇਹਨਾਂ ਬਾਰੇ ਪੜ੍ਹਾਂਗੇ। I hope, thank you very much guys, I hope you like this video. If you like this video please like my video, share my video and subscribe my channel. Thank you very much.